सुनो सनामा पाठ पढ़ावा, आओ बच्चों सुनो सनामा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी, हिंदी समाज क पढ़ लो सारी। चंगियां गल्लां गीत भी गावा, सुनो सनावा पाठ पढ़ावा, सुनो सनावा पाठ पढ़ावा। दुआबा रेडियो। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਅਤੇ ਮੇਰੇ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਨਾਲ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਮੇਰਾ ਨਾਮ ਮੁਹੰਮਦ ਬਸ਼ੀਰ ਹੈ। ਮੈਂ ਸਰਕਾਰੀ ਹਾਈ ਸਕੂਲ ਭੂਦਨ, ਜ਼ਿਲ੍ਹਾ ਸੰਗਰੂਰ ਵਿਖੇ ਬਤੌਰ SS ਮਾਸਟਰ ਸੇਵਾ ਨਿਭਾ ਰਿਹਾ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਜਿਸ ਵਿਸ਼ੇ ਦੇ ਬਾਰੇ ਗੱਲ ਕਰਨ ਲੱਗੇ ਹਾਂ ਉਹ ਵਿਸ਼ਾ ਭਾਵੇਂ 9ਵੀਂ ਕਲਾਸ ਦੇ ਸਿਲੇਬਸ ਦੇ ਵਿੱਚ ਆਉਂਦਾ ਹੈ, ਪਰ ਮੈਂ ਸਮਝਦਾ ਕਿ ਇਸ ਵਿਸ਼ੇ ਦੇ ਬਾਰੇ ਭਾਰਤ ਦੇ ਹਰੇਕ ਨਾਗਰਿਕ ਨੂੰ ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਣਾ ਜ਼ਰੂਰੀ ਆ। ਅਸੀਂ ਅੱਜ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ ਉਹ ਮੇਨ ਵਿਸ਼ਾ ਹੈ ਭਾਰਤੀ ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਦਿੱਤੇ ਗਏ ਮੌਲਿਕ ਅਧਿਕਾਰ। ਪਿਆਰੇ ਵਿਦਿਆਰਥੀਓ, ਮੌਲਿਕ ਅਧਿਕਾਰਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨਾ ਚਾਹੂੰਗਾ ਕਿ ਅਧਿਕਾਰ ਕੀ ਨੇ। ਹਰੇਕ ਵਿਅਕਤੀ, ਹਰੇਕ ਨਾਗਰਿਕ, ਹਰੇਕ ਵਿਦਿਆਰਥੀ ਜਦੋਂ ਸਮਾਜ ਵਿੱਚ ਰਹਿੰਦਾ ਹੈ ਤਾਂ ਉਸਨੂੰ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਕਰਨ ਦੇ ਲਈ ਜ਼ਰੂਰੀ ਹੈ ਕਿ ਉਸ ਨੂੰ ਸਮਾਜ ਵੱਲੋਂ, ਰਾਜ ਵੱਲੋਂ ਕੁਝ ਸਹੂਲਤਾਂ ਦਿੱਤੀਆਂ ਜਾਣ, ਜਿਨ੍ਹਾਂ ਸਹੂਲਤਾਂ ਦੀ ਵਰਤੋਂ ਕਰਦੇ ਹੋਏ ਉਹ ਆਪਣੇ ਮਾਨਸਿਕ, ਬੌਧਿਕ ਅਤੇ ਸਰੀਰਕ ਵਿਕਾਸ ਨੂੰ ਪੂਰਾ ਕਰ ਸਕੇ। ਪਿਆਰੇ ਵਿਦਿਆਰਥੀਓ, ਇਹ ਸਹੂਲਤਾਂ ਹੀ ਅੱਗੇ ਜਾ ਕੇ ਅਧਿਕਾਰ ਬਣ ਜਾਂਦੀਆਂ ਨੇ। ਅਧਿਕਾਰਾਂ ਦੇ ਬਾਰੇ ਅਸੀਂ ਆਮ ਭਾਸ਼ਾ ਦੇ ਵਿੱਚ ਜਾਂ ਸਿੰਪਲ ਅਰਥਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਅਧਿਕਾਰ ਵਿਅਕਤੀ ਦੀਆਂ ਉਹ ਜਾਇਜ਼ ਮੰਗਾਂ ਨੇ, ਅਧਿਕਾਰ ਵਿਅਕਤੀ ਦੀਆਂ ਉਹ ਜਾਇਜ਼ ਮੰਗਾਂ ਨੇ ਜਿਸ ਨੂੰ ਸਮਾਜ ਪ੍ਰਵਾਨ ਕਰਦਾ ਹੈ ਤੇ ਰਾਜ ਉਹਨੂੰ ਕਾਨੂੰਨ ਦੇ ਦੁਆਰਾ ਨਾਗਰਿਕਾਂ ਨੂੰ ਦਿੰਦਾ ਹੈ। ਅਧਿਕਾਰ ਵਿਅਕਤੀ ਦੀਆਂ ਉਹ ਜਾਇਜ਼ ਮੰਗਾਂ ਨੇ ਜਿਸ ਨੂੰ ਸਮਾਜ ਪ੍ਰਵਾਨ ਕਰਦਾ ਹੈ ਤੇ ਰਾਜ ਕਾਨੂੰਨ ਦੁਆਰਾ ਨਾਗਰਿਕਾਂ ਨੂੰ ਦਿੰਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਧਿਕਾਰ ਉਹ ਮੰਗਾਂ ਨੇ ਜਿਨ੍ਹਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਆਪਣੀ ਸੁਤੰਤਰਤਾ, ਸਮਾਨਤਾ ਨੂੰ ਮਾਣ ਨਹੀਂ ਸਕਦਾ ਤੇ ਆਪਣੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਪੂਰਾ ਨਹੀਂ ਕਰ ਸਕਦਾ। ਤੇ ਹੁਣ ਗੱਲ ਆਉਂਦੀ ਹੈ ਮੌਲਿਕ ਅਧਿਕਾਰਾਂ ਦੀ। ਭਾਵੇਂ ਕਿ ਮੌਲਿਕ ਅਧਿਕਾਰਾਂ ਦਾ ਜਾਂ ਅਧਿਕਾਰਾਂ ਦਾ ਇਤਿਹਾਸ ਜੋ ਹੈ ਉਹ ਮਨੁੱਖਤਾ ਦੇ ਇਤਿਹਾਸ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ, ਪਰ ਇਸ ਨੂੰ ਲਿਖਤੀ ਰੂਪ ਦੇ ਵਿੱਚ ਜਾਂ ਇੱਕ ਘੋਸ਼ਣਾ ਦੇ ਤੌਰ ਤੇ ਜਿਸ ਨੂੰ ਲਾਗੂ ਕੀਤਾ ਗਿਆ ਉਹ 1799 ਈਸਵੀ ਦੇ ਵਿੱਚ ਫਰਾਂਸ ਦੀ ਰਾਸ਼ਟਰੀ ਸਭਾ ਨੇ ਆਪਣੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੇ ਰੂਪ ਦੇ ਵਿੱਚ ਇੱਕ ਘੋਸ਼ਣਾ ਕੀਤੀ ਗਈ ਸੀ। ਤੇ ਜਦੋਂ ਇਹ ਘੋਸ਼ਣਾ ਕੀਤੀ ਗਈ ਤਾਂ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦੇ ਵਿੱਚ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦੇਣ ਦੀ ਇੱਕ ਹੋੜ ਜਿਹੀ ਲੱਗ ਗਈ ਕਿ ਅਸੀਂ ਵੀ ਇਹਨਾਂ ਮੌਲਿਕ ਅਧਿਕਾਰਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਹਰੇਕ ਦੇਸ਼ ਦੇ ਸਰਕਾਰਾਂ ਦੁਆਰਾ ਇਹ ਕੋਸ਼ਿਸ਼ ਕੀਤੀ ਗਈ ਕਿ ਅਸੀਂ ਵੀ ਸੰਵਿਧਾਨ ਦੇ ਵਿੱਚ ਸੋਧ ਕਰਕੇ ਜਾਂ ਆਪਣੇ ਨਵੇਂ ਸੰਵਿਧਾਨ ਦੇ ਵਿੱਚ ਆਰਟੀਕਲ ਪਾ ਕੇ ਆਪਣੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦਈਏ। ਤੇ ਇਸੀ ਲੜੀ ਦੇ ਤਹਿਤ ਜਦੋਂ 1799 ਈਸਵੀ ਦੇ ਵਿੱਚ ਫਰਾਂਸ ਦੀ ਰਾਸ਼ਟਰੀ ਸਭਾ ਨੇ ਆਪਣੇ ਨਾਗਰਿਕਾਂ ਦੇ ਲਈ ਮੌਲਿਕ ਅਧਿਕਾਰਾਂ ਦੀ ਘੋਸ਼ਣਾ ਕੀਤੀ ਸੀ, ਉਸ ਦੇ ਜਸਟ 2 ਸਾਲ ਬਾਅਦ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਦੇ ਵਿੱਚ
ਤਰਮੀਮ ਕਰਕੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦਿੱਤੇ ਗਏ। ਇਸ ਤਰ੍ਹਾਂ ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ ਵਿਸ਼ਵ ਦਾ ਇੱਕ ਅਜਿਹਾ ਪਹਿਲਾ ਸੰਵਿਧਾਨ ਸੀ ਜਿਸ ਵਿੱਚ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦਿੱਤੇ ਗਏ ਸਨ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ 1947 ਤੋਂ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀਗੇ ਤੇ ਇਸ ਸੁਤੰਤਰਤਾ ਸੰਗਰਾਮ ਦੇ ਵਿੱਚ ਵੀ ਭਾਰਤੀਆਂ ਦੁਆਰਾ ਵੱਖ-ਵੱਖ ਸਮੇਂ ਤੇ ਅੰਗਰੇਜ਼ਾਂ ਤੋਂ ਇਹ ਮੰਗ ਕੀਤੀ ਜਾਂਦੀ ਰਹੀ ਕਿ ਸਾਨੂੰ ਮੌਲਿਕ ਅਧਿਕਾਰ ਦਿੱਤੇ ਜਾਣ, ਸਾਨੂੰ ਜੀਵਨ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ ਦਿੱਤਾ ਜਾਵੇ। ਪਰ ਵਿਦੇਸ਼ੀ ਸਰਕਾਰ ਹੋਣ ਦੇ ਕਾਰਨ, ਕਿਉਂਕਿ ਉਹਨਾਂ ਦਾ ਮੁੱਖ ਏਜੰਡਾ ਹੀ ਇਹੀ ਸੀ ਕਿ ਅਸੀਂ ਭਾਰਤੀ ਨਾਗਰਿਕਾਂ ਦੇ ਹੱਕਾਂ ਨੂੰ ਕੁਚਲ ਕੇ ਆਪਣਾ ਵੱਧ ਤੋਂ ਵੱਧ ਲਾਭ ਕਮਾਉਣਾ ਹੈ, ਅਸੀਂ ਆਪਣਾ ਵੱਧ ਤੋਂ ਵੱਧ ਲਾਭ ਲੈਣਾ ਹੈ। ਇਸ ਕਾਰਨ ਉਹਨਾਂ ਨੇ ਕਦੇ ਵੀ ਭਾਰਤੀਆਂ ਦੀ ਇਸ ਡਿਮਾਂਡ ਦੇ ਵੱਲ, ਇਸ ਮੰਗ ਦੇ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਸੀਗਾ ਤੇ ਅੰਗਰੇਜ਼ ਸਰਕਾਰ ਦੁਆਰਾ ਭਾਰਤੀਆਂ ਦੇ ਲਈ ਬਣਾਏ ਗਏ ਅੰਤਿਮ ਕਾਨੂੰਨ 1935 ਦਾ ਭਾਰਤ ਸਰਕਾਰ ਕਾਨੂੰਨ ਦੇ ਅਧੀਨ ਵੀ ਭਾਰਤੀ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦਾ ਮੌਲਿਕ ਅਧਿਕਾਰ ਨਹੀਂ ਦਿੱਤਾ ਗਿਆ ਸੀ। ਇਸ ਕਰਕੇ ਜ਼ਰੂਰੀ ਬਣ ਜਾਂਦਾ ਸੀ ਕਿ ਜਦੋਂ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਤੇ ਸੰਵਿਧਾਨ ਸਭਾ ਦੁਆਰਾ, ਜੋ ਕਿ ਮੰਤਰੀ ਮੰਡਲ ਮਿਸ਼ਨ ਯੋਜਨਾ ਦੇ ਅਧੀਨ ਬਣਾਈ ਗਈ ਸੀ, ਆਜ਼ਾਦੀ ਤੋਂ ਪਹਿਲਾਂ ਭਾਵੇਂ ਕੰਮ ਕਰ ਰਹੀ ਸੀਗੀ ਤੇ ਆਜ਼ਾਦੀ ਤੋਂ ਬਾਅਦ ਵੀ ਜਿਹੜਾ ਹੈ ਉਹਨਾਂ ਨੇ ਸੰਵਿਧਾਨ ਸਭਾ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਭਾਰਤੀ ਨਾਗਰਿਕਾਂ ਦੇ ਲਈ ਸੰਵਿਧਾਨ ਨੂੰ ਬਣਾਇਆ ਜਾ ਸਕੇ, ਜਿਸ ਸੰਵਿਧਾਨ ਨੂੰ 26 ਜਨਵਰੀ 1950 ਨੂੰ ਭਾਰਤੀਆਂ ਦੇ ਉੱਪਰ ਲਾਗੂ ਕੀਤਾ ਗਿਆ। ਤੇ ਸੰਵਿਧਾਨ ਸਭਾ ਨੇ ਉਸ ਦੇ ਵਿੱਚ ਆਰਟੀਕਲ 14 ਤੋਂ ਲੈ ਕੇ 32 ਤੱਕ ਮੌਲਿਕ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ। ਇਹ ਮੌਲਿਕ ਅਧਿਕਾਰ ਵਿਸਥਾਰ ਪੂਰਵਕ ਸੰਵਿਧਾਨ ਦੇ ਵਿੱਚ ਦਰਜ ਕੀਤੇ ਗਏ, ਅੰਕਿਤ ਕੀਤੇ ਗਏ, ਤਾਂ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਝਗੜਾ ਜੇਕਰ ਉਤਪੰਨ ਹੁੰਦਾ ਹੈ ਤਾਂ ਸੰਵਿਧਾਨ ਦੀ ਸਹਾਇਤਾ ਲੈ ਕੇ ਉਸ ਝਗੜੇ ਦਾ ਨਿਪਟਾਰਾ ਕੀਤਾ ਜਾ ਸਕੇ, ਭਾਵੇਂ ਉਹ ਵੱਖ-ਵੱਖ ਰਾਜ ਸਰਕਾਰਾਂ ਦੇ ਵਿੱਚ ਹੋਵੇ, ਭਾਵੇਂ ਉਹ ਨਾਗਰਿਕਾਂ ਤੇ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇ ਦਰਮਿਆਨ ਹੋਵੇ। ਕਹਿਣ ਦਾ ਭਾਵ ਕਿ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਦੇ ਵਿੱਚ ਬਹੁਤ ਹੀ ਵਿਸਤ੍ਰਿਤ ਰੂਪ ਦੇ ਵਿੱਚ ਅੰਕਿਤ ਕੀਤਾ ਗਿਆ ਹੈ ਤੇ ਵੱਖ-ਵੱਖ ਆਰਟੀਕਲਾਂ ਦੇ ਵਿੱਚ ਵੱਖ-ਵੱਖ ਮੱਦਾਂ ਦੇ ਰਾਹੀਂ ਇਹ ਦੱਸਿਆ ਗਿਆ ਹੈ ਕਿ ਨਾਗਰਿਕਾਂ ਦੇ ਕਿਹੜੇ-ਕਿਹੜੇ ਮੌਲਿਕ ਅਧਿਕਾਰ ਹੋਣਗੇ, ਕਿਹਨਾਂ ਆਧਾਰਾਂ ਤੇ ਇਹਨਾਂ ਮੌਲਿਕ ਅਧਿਕਾਰਾਂ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ। ਸੋ ਪਿਆਰੇ ਬੱਚਿਓ, ਹੁਣ ਅਸੀਂ ਜੋ ਮੁੱਖ ਵਿਸ਼ਾ ਹੈ ਉਸ ਦੇ ਵੱਖ-ਵੱਖ ਪਹਿਲੂਆਂ ਤੇ ਵਿਚਾਰ ਚਰਚਾ ਕਰਾਂਗੇ ਤੇ ਤੁਹਾਡੇ ਮਨ ਦੇ ਵਿੱਚ ਆ ਰਿਹਾ ਹੋਵੇਗਾ ਕਿ ਮੌਲਿਕ ਅਧਿਕਾਰ ਸੰਵਿਧਾਨ ਦੁਆਰਾ ਦਿੱਤੇ ਗਏ ਨੇ ਕਿ ਜੇਕਰ ਕਦੇ ਸਰਕਾਰ ਇਹਨਾਂ ਮੌਲਿਕ ਅਧਿਕਾਰਾਂ ਨੂੰ ਨਾਗਰਿਕਾਂ ਨੂੰ ਨਹੀਂ ਦਿੰਦੀ ਤਾਂ ਨਾਗਰਿਕਾਂ ਨੂੰ ਲਾਗੂ ਕਿਵੇਂ ਕਰਵਾਉਣਗੇ। ਪਿਆਰੇ ਬੱਚਿਓ, ਇਹ ਮੌਲਿਕ ਅਧਿਕਾਰ ਸਾਰੇ ਦੇ ਸਾਰੇ ਨਿਆਂਯੋਗ ਨੇ। ਅਗਰ ਕਿਸੇ ਅਧਿਕਾਰੀ ਦੁਆਰਾ ਜਾਂ ਸਰਕਾਰ ਦੇ ਕਿਸੇ ਅੰਗ ਦੁਆਰਾ ਇਹਨਾਂ ਮੌਲਿਕ ਅਧਿਕਾਰਾਂ ਦੇ ਵਿਰੁੱਧ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਬਣਾਇਆ ਜਾਂਦਾ ਜਾਂ ਕੋਈ ਆਦੇਸ਼ ਜਾਰੀ ਕੀਤਾ ਜਾਂਦਾ ਹੈ ਤਾਂ ਤੁਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਦੇ ਲਈ ਰਾਜਾਂ ਦੀਆਂ ਉੱਚ ਅਦਾਲਤਾਂ ਤੇ ਭਾਰਤ ਦੀ ਸਰਵਉੱਚ ਅਦਾਲਤ ਦੀ ਸ਼ਰਨ ਲੈ ਸਕਦੇ ਹੋ ਤੇ ਆਪਣੇ ਅਧਿਕਾਰਾਂ ਨੂੰ ਲਾਗੂ ਕਰਵਾ ਸਕਦੇ ਹੋ। ਤੇ ਹੁਣ ਅਸੀਂ ਗੱਲ ਕਰਾਂਗੇ ਇਹਨਾਂ ਅਧਿਕਾਰਾਂ ਦੇ ਵਿਸਥਾਰ ਪੂਰਵਕ ਚਰਚਾ ਕਰਾਂਗੇ। ਸਭ ਤੋਂ ਪਹਿਲਾ ਜੋ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਸੰਵਿਧਾਨ ਰਾਹੀਂ ਦਿੱਤਾ ਗਿਆ ਹੈ ਉਹ ਹੈ ਸਮਾਨਤਾ ਦਾ ਅਧਿਕਾਰ, ਜੋ ਕਿ ਸੰਵਿਧਾਨ ਦੇ ਅਨੁਛੇਦ 14 ਤੋਂ ਲੈ ਕੇ 18 ਤੱਕ ਦਿੱਤਾ ਗਿਆ ਹੈ। ਇਸ ਅਧਿਕਾਰ ਦੇ ਵਿੱਚ ਅਨੁਛੇਦ 14 ਦੇ ਵਿੱਚ ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਕਾਨੂੰਨ ਦੇ ਸਾਹਮਣੇ ਸਮਾਨ ਹੋਣਗੇ। ਭਾਰਤ ਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਵਿਵਸਥਾ ਕੀਤੀ ਗਈ ਹੈ ਕਿ ਕਾਨੂੰਨ ਸਾਰਿਆਂ ਲਈ ਇੱਕ ਹੋਏਗਾ। ਜੋ ਵੀ ਭਾਰਤ ਦਾ ਨਾਗਰਿਕ ਆ, ਭਾਵੇਂ ਉਹ ਕਿਸੇ ਵੀ ਧਰਮ, ਜਾਤ, ਨਸਲ, ਰੰਗ, ਅਮੀਰ ਗਰੀਬ ਹੋਵੇ, ਕਿਸੇ ਵੀ ਤਬਕੇ ਦੇ ਨਾਲ ਸੰਬੰਧਿਤ ਹੋਵੇ, ਕਾਨੂੰਨ ਦੀ ਨਜ਼ਰ ਦੇ ਵਿੱਚ ਸਾਰੇ ਸਮਾਨ ਨੇ, ਬਰਾਬਰ ਨੇ। ਕਾਨੂੰਨ ਦੀ ਨਜ਼ਰ ਦੇ ਵਿੱਚ ਕਦੇ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਅਨੁਛੇਦ 15 ਦੇ ਵਿੱਚ ਵਿਤਕਰੇ ਦੀ ਮਨਾਹੀ ਕੀਤੀ ਗਈ ਹੈ ਕਿ ਰਾਜ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਕੋਈ ਵੀ ਅਜਿਹਾ ਕਾਨੂੰਨ ਨਹੀਂ ਬਣਾਇਆ ਜਾਵੇਗਾ
ਜੋ ਧਰਮ, ਜਾਤ, ਲਿੰਗ, ਜਨਮ ਸਥਾਨ ਦੇ ਆਧਾਰ ਤੇ ਨਾਗਰਿਕਾਂ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਕਰੇ। ਕਾਨੂੰਨ ਦੀ ਨਿਗਾਹ ਦੇ ਵਿੱਚ, ਕਾਨੂੰਨ ਦੀ ਨਜ਼ਰ ਦੇ ਵਿੱਚ ਸਾਰੇ ਨਾਗਰਿਕ ਬਰਾਬਰ ਮੰਨੇ ਗਏ ਨੇ। ਇਸੀ ਤਰ੍ਹਾਂ ਅਨੁਛੇਦ 16 ਦੇ ਵਿੱਚ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਅਵਸਰ ਦੀ ਸਮਾਨਤਾ ਦਿੱਤੀ ਗਈ ਹੈ। ਕਹਿਣ ਦਾ ਭਾਵ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੇ ਲਈ ਕਿਸੇ ਵਿਸ਼ੇਸ਼ ਜਾਤ ਜਾਂ ਧਰਮ, ਨਸਲ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ, ਬਲਕਿ ਨਾਗਰਿਕਾਂ ਨੂੰ ਇਹ ਅਧਿਕਾਰ ਪ੍ਰਾਪਤ ਆ ਕਿ ਜੋ ਕਿਸੇ ਵਿਸ਼ੇਸ਼ ਪਦਵੀ ਦੇ ਲਈ ਯੋਗਤਾ ਨਿਸ਼ਚਿਤ ਕੀਤੀ ਗਈ ਆ, ਜਿਹੜਾ ਵੀ ਨਾਗਰਿਕ ਉਸ ਯੋਗਤਾ ਨੂੰ ਪੂਰੀ ਕਰਦਾ ਹੈ, ਭਾਵੇਂ ਉਹ ਕਿਸੇ ਵੀ ਜਾਤ ਦੇ ਨਾਲ ਸੰਬੰਧਿਤ ਹੋਵੇ, ਕਿਸੇ ਵੀ ਨਸਲ ਦੇ ਨਾਲ ਸੰਬੰਧਿਤ ਹੋਵੇ, ਤਾਂ ਉਹ ਉਸ ਪੋਸਟ ਦੇ ਲਈ, ਉਸ ਅਹੁਦੇ ਦੇ ਲਈ ਅਪਲਾਈ ਕਰ ਸਕਦਾ ਤੇ ਉਸ ਅਹੁਦੇ ਨੂੰ ਆਪਣੀ ਯੋਗਤਾ ਦੇ ਆਧਾਰ ਤੇ ਪ੍ਰਾਪਤ ਕਰ ਸਕਦਾ ਹੈ। ਤੇ ਅਨੁਛੇਦ 17 ਦੇ ਵਿੱਚ ਛੂਤ-ਛਾਤ ਦੀ ਸਮਾਪਤੀ ਕੀਤੀ ਗਈ ਹੈ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹੀ ਹਾਂ ਪਿਆਰੇ ਵਿਦਿਆਰਥੀਓ ਕਿ ਭਾਰਤੀ ਇਤਿਹਾਸ ਦੇ ਵਿੱਚ ਜੇ ਪ੍ਰਾਚੀਨ ਭਾਰਤ ਦੇ ਇਤਿਹਾਸ ਨੂੰ ਅਸੀਂ ਖੰਗਾਲਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕੁਝ ਵਿਸ਼ੇਸ਼ ਕਥਿਤ ਉੱਚੀ ਜਾਤਾਂ ਜਿਹੜੀਆਂ ਆਪਣੇ ਆਪ ਨੂੰ ਉੱਚ ਜਾਤਾਂ ਸਮਝਦੇ ਸੀਗੇ, ਉੱਚ ਜਾਤਾਂ ਦੇ ਲੋਕ ਕੁਝ ਨੀਵੀਆਂ ਜਾਤਾਂ ਦੇ ਲੋਕਾਂ ਦੇ ਨਾਲ ਬਹੁਤ ਹੀ ਅਣਮਨੁੱਖੀ ਵਤੀਰਾ ਕਰਦੇ ਸੀਗੇ। ਇਸ ਵਤੀਰੇ ਨੂੰ ਖਤਮ ਕਰਨ ਦੇ ਲਈ ਭਾਰਤੀ ਸੰਵਿਧਾਨ ਦੇ ਵਿੱਚ ਛੂਤ-ਛਾਤ ਦੀ ਮਨਾਹੀ ਅਨੁਛੇਦ 17 ਦੇ ਵਿੱਚ ਕੀਤੀ ਗਈ ਆ। ਅਗਰ ਕੋਈ ਵਿਅਕਤੀ ਛੂਤ-ਛਾਤ ਦੀ ਪ੍ਰਥਾ ਨੂੰ ਅਪਣਾਉਂਦਾ ਹੈ, ਚਾਲੂ ਰੱਖਦਾ ਹੈ, ਤਾਂ ਉਸ ਦੇ ਵਿਰੁੱਧ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ। ਤੇ ਅਨੁਛੇਦ 18 ਦੇ ਵਿੱਚ ਖਿਤਾਬਾਂ ਦਾ ਖਾਤਮਾ ਕੀਤਾ ਗਿਆ ਹੈ। ਪਿਆਰੇ ਵਿਦਿਆਰਥੀਓ, ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀਗੇ ਤਾਂ ਅੰਗਰੇਜ਼ਾਂ ਦੁਆਰਾ ਕੁਝ ਆਪਣੇ ਸਮਰਥਕਾਂ ਨੂੰ, ਜਿਹੜੇ ਕਿ ਅੰਗਰੇਜ਼ਾਂ ਦੇ ਪਿੱਠੂ ਹੁੰਦੇ ਸੀਗੇ ਭਾਰਤੀਆਂ ਦੇ ਵਿੱਚੋਂ, ਉਹਨਾਂ ਨੂੰ ਰਾਏ ਬਹਾਦਰ, ਦੀਵਾਨ ਬਹਾਦਰ, ਸਰ, ਇੱਦਾਂ ਦੇ ਕਈ ਖਿਤਾਬ ਦਿੱਤੇ ਜਾਂਦੇ ਸੀਗੇ, ਜਿਨ੍ਹਾਂ ਦਾ ਉਹ ਆਪਣੇ ਨਾਮ ਦੇ ਨਾਲ ਵਰਤੋਂ ਕਰਕੇ ਸਮਾਜ ਦੇ ਵਿੱਚ ਇੱਕ ਵਿਸ਼ੇਸ਼ ਰੁਤਬਾ ਰੱਖਦੇ ਕਿ ਸੀਗੇ ਕਿ ਅਸੀਂ ਦੂਜੇ ਭਾਰਤੀਆਂ ਦੇ ਨਾਲੋਂ ਉੱਚੇ ਹਾਂ, ਜਿਸ ਦੇ ਨਾਲ ਏਕਤਾ ਦੀ ਭਾਵਨਾ ਨੂੰ ਸੱਟ ਲੱਗਦੀ ਸੀਗੀ, ਠੇਸ ਪਹੁੰਚਦੀ ਸੀਗੀ। ਤੇ ਭਾਰਤ ਦੇ ਵਿੱਚੋਂ ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਤੇ ਭਾਰਤੀਆਂ ਦੇ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਨ ਦੇ ਲਈ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਕਿ ਭਾਰਤ ਦੇ ਵਿੱਚ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਿਤਾਬ ਨਹੀਂ ਦਿੱਤਾ ਜਾਏਗਾ। ਇੱਥੇ ਗੱਲ ਵਿਸ਼ੇਸ਼ ਰੂਪ ਦੇ ਵਿੱਚ ਪਿਆਰੇ ਵਿਦਿਆਰਥੀਓ ਵਰਣਨਯੋਗ ਹੈ ਕਿ ਭਾਰਤ ਦੇ ਵਿੱਚ ਭਾਰਤ ਸਰਕਾਰ ਦੇ ਦੁਆਰਾ ਕੁਝ ਪੁਰਸਕਾਰ ਦਿੱਤੇ ਜਾਂਦੇ ਨੇ, ਜਿਵੇਂ ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ, ਪਦਮ ਸ਼੍ਰੀ, ਇਸ ਤਰ੍ਹਾਂ ਦੇ ਕਈ ਪੁਰਸਕਾਰ ਦਿੱਤੇ ਜਾਂਦੇ ਨੇ। ਇਹ ਗੱਲ ਵਿਸ਼ੇਸ਼ ਰੂਪ ਦੇ ਵਿੱਚ ਸਮਝਣ ਵਾਲੀ ਆ, ਇੱਕ ਪੁਰਸਕਾਰ ਨੇ ਨਾ ਕਿ ਖਿਤਾਬ। ਇਹ ਪੁਰਸਕਾਰ ਪ੍ਰਾਪਤ ਵਿਅਕਤੀ ਨੂੰ ਆਪਣੇ ਨਾਮ ਦੇ ਨਾਲ ਇਹਨਾਂ ਪੁਰਸਕਾਰਾਂ ਨੂੰ ਲਾਉਣ ਦੀ ਕਾਨੂੰਨੀ ਰੂਪ ਦੇ ਵਿੱਚ ਮਨਾਹੀ ਆ। ਤੇ ਇਹ ਗੱਲ ਵੀ ਧਿਆਨ ਦੇਣ ਵਾਲੀ ਆ ਕਿ ਇੱਕ ਦੋ ਵਾਰ ਇਦਾਂ ਵੀ ਹੋਇਆ ਕਿ ਜਦੋਂ ਮੱਧ ਪ੍ਰਦੇਸ਼, ਕੇਰਲਾ ਤੇ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਪੁਰਸਕਾਰਾਂ ਦੇ ਵਿਰੁੱਧ ਵੀ ਕੁਝ ਨਾਗਰਿਕਾਂ ਨੇ ਇਤਰਾਜ਼ ਕਰਦੇ ਹੋਏ ਉੱਥੋਂ ਦੀਆਂ ਉੱਚ ਅਦਾਲਤਾਂ ਦੀ ਸ਼ਰਨ ਲਈ ਸੀਗੀ ਕਿ ਇਹਨਾਂ ਦਾ ਖਾਤਮਾ ਕੀਤਾ ਜਾਵੇ। ਭਾਰਤ ਦੀ ਏਕਤਾ ਦੇ ਵਿਰੁੱਧ ਨੇ ਤੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 18 ਦੇ ਵਿਰੁੱਧ ਨੇ। ਪਰ ਸੁਪਰੀਮ ਕੋਰਟ ਨੇ 1994 ਦੇ ਵਿੱਚ ਇਹ ਫੈਸਲਾ ਦਿੱਤਾ ਸੀ ਕਿ ਇਹ ਪੁਰਸਕਾਰ ਨੇ, ਖਿਤਾਬ ਨਹੀਂ। ਇਸ ਕਰਕੇ ਇਹ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀ ਵਿਸ਼ੇਸ਼ ਸੇਵਾਵਾਂ ਦੇ ਬਦਲੇ ਤੇ ਦੂਜੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸੇਵਾਵਾਂ ਦੇ ਲਈ ਪ੍ਰੇਰਕ ਕਰਨ ਦੇ ਲਈ ਇਹ ਪੁਰਸਕਾਰ ਦਿੱਤੇ ਜਾ ਸਕਦੇ ਨੇ। ਤੇ ਅੱਜ ਵੀ ਭਾਰਤ ਰਤਨ, ਪਦਮ ਵਿਭੂਸ਼ਣ ਆਦਿ ਪੁਰਸਕਾਰ ਜੋ ਹੈ ਭਾਰਤ ਦੇ ਲਈ ਵਿਸ਼ੇਸ਼ ਯੋਗਦਾਨ ਦੇਣ ਵਾਲੇ ਵਿਅਕਤੀਆਂ ਨੂੰ ਇਹ ਦਿੱਤੇ ਜਾਂਦੇ ਨੇ। ਤੇ ਦੂਜਾ ਜੋ ਮੌਲਿਕ ਅਧਿਕਾਰ ਭਾਰਤੀ ਨਾਗਰਿਕਾਂ ਨੂੰ ਦਿੱਤਾ ਗਿਆ ਹੈ ਉਹ ਹੈ ਸੁਤੰਤਰਤਾ ਦਾ ਅਧਿਕਾਰ। ਅਨੁਛੇਦ 19 ਤੋਂ 22 ਦੇ ਅਨੁਛੇਦ ਦੇ ਵਿੱਚ ਦਿੱਤਾ ਗਿਆ ਹੈ। ਤੇ ਪਿਆਰੇ ਵਿਦਿਆਰਥੀਓ, ਅਨੁਛੇਦ 19 ਦੇ ਵਿੱਚ ਇਸ ਤਰ੍ਹਾਂ ਦੀਆਂ ਸੁਤੰਤਰਤਾਵਾਂ ਦਿੱਤੀਆਂ ਗਈਆਂ ਨੇ ਜੋ ਕਿ ਭਾਰਤੀ ਨਾਗਰਿਕਾਂ ਦੇ ਲਈ ਬਹੁਤ ਮਹੱਤਵਪੂਰਨ ਨੇ, ਜਿਨ੍ਹਾਂ ਦੀ ਜਾਣਕਾਰੀ
ਭਾਰਤ ਦੇ ਹਰੇਕ ਨਾਗਰਿਕ ਨੂੰ ਹੋਣੀ ਜ਼ਰੂਰੀ ਹੈ। 19 ਦੇ ਵਿੱਚ ਜੋ ਸਭ ਤੋਂ ਪਹਿਲੀ ਸੁਤੰਤਰਤਾ ਦਿੱਤੀ ਗਈ ਹੈ ਉਹ ਹੈ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ। ਪਿਆਰੇ ਵਿਦਿਆਰਥੀਓ, ਭਾਰਤ ਦੇ ਹਰੇਕ ਨਾਗਰਿਕ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ, ਉਹ ਭਾਵੇਂ ਬੋਲ ਕੇ ਪ੍ਰਗਟਾਵੇ, ਭਾਵੇਂ ਲਿਖ ਕੇ ਪ੍ਰਗਟਾਵੇ, ਤੇ ਭਾਸ਼ਣ ਦੇਣ ਆਦਿ ਦੀ ਸੁਤੰਤਰਤਾ ਦਿੱਤੀ ਗਈ ਹੈ। ਤੇ ਇੱਥੇ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਪ੍ਰੈਸ ਦੀ ਸੁਤੰਤਰਤਾ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਬਲਕਿ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਦੇ ਵਿੱਚੋਂ ਹੀ ਪ੍ਰੈਸ ਦੀ ਸੁਤੰਤਰਤਾ ਦਾ ਅਧਿਕਾਰ ਵੀ ਨਿਕਲਦਾ ਹੈ। ਤੇ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਕੋਈ ਵੀ ਅਧਿਕਾਰ ਅਸੀਮਤ ਨਹੀਂ ਹੋ ਸਕਦਾ, ਭਾਵੇਂ ਉਹ ਸੁਤੰਤਰਤਾ ਦਾ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਦਾ ਅਧਿਕਾਰ ਹੈ, ਭਾਵੇਂ ਉਹ ਸੰਘ ਬਣਾਉਣ ਦਾ ਅਧਿਕਾਰ ਆ। ਇਹ ਸਾਰੇ ਅਧਿਕਾਰਾਂ ਦੇ ਉੱਪਰ ਉਚਿਤ ਰੋਕਾਂ ਦਾ ਲਾਉਣਾ ਜ਼ਰੂਰੀ ਆ ਤਾਂ ਕਿ ਸਾਰੇ ਲੋਕ ਇਹਨਾਂ ਅਧਿਕਾਰਾਂ ਨੂੰ ਮਾਣ ਸਕਣ। ਜੇਕਰ ਅਸੀਂ ਸੁਤੰਤਰਤਾ ਦੇ ਅਧਿਕਾਰ ਨੂੰ ਹੀ ਅਸੀਮਤ ਅਧਿਕਾਰ ਬਣਾ ਦਈਏ ਤਾਂ ਇਹ ਸਿਰਫ ਜਿਹੜੇ ਤਕੜੇ ਲੋਕ ਨੇ, ਸ਼ਕਤੀਸ਼ਾਲੀ ਲੋਕ ਹੋਣਗੇ, ਇਹਨਾਂ ਅਧਿਕਾਰਾਂ ਨੂੰ ਸਿਰਫ ਉਹੀ ਮਾਣ ਸਕਣਗੇ। ਇਸ ਕਾਰਨ ਇਹਨਾਂ ਅਧਿਕਾਰਾਂ ਦੇ ਉੱਪਰ ਕੁਝ ਰੋਕਾਂ ਲਗਾਈਆਂ ਗਈਆਂ ਨੇ। ਜਿਸ ਤਰ੍ਹਾਂ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਦੇ ਉੱਪਰ ਰੋਕ ਲਗਾਈ ਗਈ ਆ ਕਿ ਜੇ ਤੁਹਾਨੂੰ ਬੋਲਣ ਦਾ ਅਧਿਕਾਰ ਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਸ ਤਰ੍ਹਾਂ ਬੋਲੋ ਜਿਸ ਦੇ ਨਾਲ ਕਿਸੇ ਦਾ ਤੁਸੀਂ ਨਿਰਾਦਰ ਕਰੋ, ਕਿਸੇ ਦੇ ਪ੍ਰਤੀ ਅਪਸ਼ਬਦ ਬੋਲੋ ਜਾਂ ਅਜਿਹੀ ਤੋਹਮਤ ਲਾਵੋ ਜੋ ਕਿ ਉਸ ਵਿਅਕਤੀ ਵਿਸ਼ੇਸ਼ ਦੇ ਵਿੱਚ ਉਹ ਇਸ ਤਰ੍ਹਾਂ ਦਾ ਗੁਣ ਔਗੁਣ ਨਾ ਹੋਵੇ। ਤੇ ਨਾ ਹੀ ਤੁਸੀਂ ਕੁਝ ਇਸ ਤਰ੍ਹਾਂ ਦਾ ਬੋਲ ਸਕਦੇ ਹੋ ਜਿਸ ਦੇ ਨਾਲ ਅਦਾਲਤਾਂ ਦਾ ਅਪਮਾਨ ਕੀਤਾ ਜਾਵੇ ਤੇ ਰਾਜ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚੇ। ਇਸ ਤਰ੍ਹਾਂ ਦੀਆਂ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡਾ ਭਾਵੇਂ ਬੋਲਣ ਦਾ ਅਧਿਕਾਰ ਤੇ ਭਾਸ਼ਣ ਦੇਣ ਦਾ ਅਧਿਕਾਰ, ਵਿਚਾਰ ਪ੍ਰਗਟਾਉਣ ਦਾ ਅਧਿਕਾਰ ਤੁਹਾਨੂੰ ਸੰਵਿਧਾਨ ਦੁਆਰਾ ਦਿੱਤਾ ਗਿਆ ਹੈ, ਪਰ ਉਹ ਇੱਕ ਲਿਮਿਟੇਸ਼ਨ ਦੇ ਵਿੱਚ, ਇੱਕ ਸੀਮਾਵਾਂ ਦੇ ਅੰਦਰ ਰਹਿ ਕੇ ਹੀ ਤੁਸੀਂ ਉਸ ਅਧਿਕਾਰ ਦੀ ਵਰਤੋਂ ਕਰ ਸਕਦੇ ਹੋ। ਤੇ ਇਸੀ ਆਰਟੀਕਲ 19 ਦੇ ਵਿੱਚ ਇੱਕ ਅਧਿਕਾਰ ਹਥਿਆਰਾਂ ਤੋਂ ਬਿਨਾਂ ਸ਼ਾਂਤਮਈ ਰੂਪ ਵਿੱਚ ਇਕੱਤਰ ਹੋਣ ਦੀ ਸੁਤੰਤਰਤਾ। ਆਪਣੇ ਇੱਕੋ ਜੈਸੇ ਵਿਚਾਰਾਂ ਵਾਲੇ ਲੋਕ ਆਪਣਿਆਂ ਕਿਸੇ ਵੀ ਟੌਪਿਕ ਤੇ, ਕਿਸੇ ਵੀ ਸਮੱਸਿਆ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਹਥਿਆਰਾਂ ਤੋਂ ਬਿਨਾਂ ਸ਼ਾਂਤਮਈ ਰੂਪ ਦੇ ਵਿੱਚ ਇਕੱਠੇ ਹੋ ਸਕਦੇ ਨੇ, ਜਲਸਾ ਕਰ ਸਕਦੇ ਨੇ, ਕਿਸੇ ਤਰ੍ਹਾਂ ਦਾ ਕੋਈ ਜਲੂਸ ਕੱਢ ਸਕਦੇ ਨੇ। ਇਸੇ ਤਰ੍ਹਾਂ ਇੱਕੋ ਜੈਸੇ ਵਿਚਾਰਾਂ ਵਾਲੇ ਲੋਕਾਂ ਨੂੰ ਸਮੂਹ ਜਾਂ ਸੰਘ ਬਣਾਉਣ ਦੀ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ। ਤੇ ਸਮੁੱਚੇ ਭਾਰਤ ਵਿੱਚ ਫਿਰਨ ਤੁਰਨ ਦੀ ਸੁਤੰਤਰਤਾ ਵੀ ਆਰਟੀਕਲ 19 ਦੇ ਅਧੀਨ ਹੀ ਦਿੱਤੀ ਗਈ ਹੈ। ਇਸ ਦਾ ਭਾਵ ਇਹ ਹੈ ਕਿ ਭਾਰਤ ਦੇ 7 ਸੰਘੀ ਸ਼ਾਸਿਤ ਪ੍ਰਦੇਸ਼ ਤੇ ਹੁਣ ਜੰਮੂ ਕਸ਼ਮੀਰ ਵੀ ਇਹਦੇ ਵਿੱਚ ਸ਼ਾਮਿਲ ਹੋ ਗਿਆ, 8 ਹੋ ਗਏ ਨੇ, ਤੇ 28 ਰਾਜ ਭਾਰਤ ਦੇ ਜੋ ਰਾਜ ਨੇ, ਇਹਨਾਂ ਦੇ ਵਿੱਚ ਹਰੇਕ ਭਾਰਤੀ ਨਾਗਰਿਕ ਕਿਸੇ ਵੀ ਜਗ੍ਹਾ ਤੇ ਆ ਜਾ ਸਕਦਾ ਹੈ। ਉਹਨੂੰ ਕਿਸੇ ਤਰ੍ਹਾਂ ਦਾ ਪਾਸਪੋਰਟ ਜਾਂ ਪਰਮਿਟ ਦੀ ਜ਼ਰੂਰਤ ਨਹੀਂ ਪੈਂਦੀ। ਪਰ ਇੱਥੇ ਗੱਲ ਧਿਆਨ ਦੇਣ ਵਾਲੀ ਹੈ ਕਿ ਜੇ ਤੁਸੀਂ ਜਿਹੜੀਆਂ ਦੇਸ਼ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਸਥਾਨ ਨੇ ਜਾਂ ਕਬਾਇਲੀ ਲੋਕਾਂ ਦੇ ਕਬੀਲਿਆਂ ਦੇ ਸਥਾਨ ਨੇ, ਉਹ ਉਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਤੇ ਇਸੇ ਤਰ੍ਹਾਂ ਸੈਨਿਕ ਛਾਵਨੀਆਂ ਨੇ, ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੁਝ ਇਸ ਅਧਿਕਾਰ ਦੇ ਉੱਪਰ ਵੀ ਰੋਕਾਂ ਲਗਾਈਆਂ ਗਈਆਂ ਨੇ। ਤੁਸੀਂ ਅਜਿਹੇ ਸਥਾਨਾਂ ਤੇ ਨਹੀਂ ਜਾ ਸਕਦੇ ਜਿਸ ਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਜਾਂ ਦੇਸ਼ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਹੋਵੇ। ਦੇਸ਼ ਦੇ ਕਿਸੇ ਵੀ ਭਾਗ ਵਿੱਚ ਰਹਿਣ ਅਤੇ ਨਿਵਾਸ ਸਥਾਨ ਬਣਾਉਣ ਦੀ ਸੁਤੰਤਰਤਾ, ਕੋਈ ਰੋਜ਼ਗਾਰ, ਧੰਦਾ ਜਾਂ ਕਾਰੋਬਾਰ ਕਰਨ ਦੀ ਸੁਤੰਤਰਤਾ। ਪਿਆਰੇ ਵਿਦਿਆਰਥੀਓ, ਰੋਜ਼ਗਾਰ ਧੰਦਾ ਤੁਸੀਂ ਆਪਣੀ ਯੋਗਤਾ ਦੇ ਅਨੁਸਾਰ ਕਰ ਸਕਦੇ ਹੋ। ਸਰਕਾਰ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਰੋਜ਼ਗਾਰ ਠੋਸ ਨਹੀਂ ਸਕਦੀ, ਜ਼ਬਰਦਸਤੀ ਨਹੀਂ ਕਰ ਸਕਦੀ। ਪਰ ਇੱਥੇ ਗੱਲ ਧਿਆਨ ਦੇਣ ਵਾਲੀ ਆ ਕਿ ਅਸੀਂ ਕੋਈ ਇੱਦਾਂ ਦਾ ਰੋਜ਼ਗਾਰ ਨਹੀਂ ਅਪਣਾ ਸਕਦੇ ਜਿਸ ਦੇ ਨਾਲ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋਵੇ ਜਾਂ ਦੇਸ਼ ਦੀ ਰੱਖਿਆ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪੈਦਾ ਹੁੰਦਾ ਹੋਵੇ। ਇਸੇ ਆਰਟੀਕਲ ਦੇ ਅਧੀਨ ਹੀ ਆਰਟੀਕਲ 20 ਦੇ ਵਿੱਚ ਅਪਰਾਧਾਂ ਲਈ ਦੋਸ਼ ਸਿੱਧੀ ਸੰਬੰਧੀ ਸੁਰੱਖਿਆ ਦੇ ਲਈ ਅਪਰਾਧੀਆਂ ਨੂੰ ਕੁਝ ਅਧਿਕਾਰ ਦਿੱਤੇ ਗਏ ਨੇ ਅਨੁਛੇਦ 20 ਦੇ ਅਧੀਨ। ਜਿਸ ਤਰ੍ਹਾਂ ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਦੇ ਵਿੱਚ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੋ ਕਾਨੂੰਨ ਉਸਦੇ ਅਪਰਾਧ ਕਰਨ ਸਮੇਂ ਲਾਗੂ ਨਾ ਹੋਇਆ ਹੋਵੇ। ਮੇਰੇ ਕਹਿਣ ਦਾ ਸਪਸ਼ਟ ਭਾਵ ਆ ਕਿ ਕੋਈ ਅਸੀਂ ਅੱਜ ਅਪਰਾਧ ਕਰ ਲਿਆ ਲੇਕਿਨ ਉਸਦੇ ਸੰਬੰਧੀ ਕੋਈ ਕਾਨੂੰਨ ਮੌਜੂਦ ਨਹੀਂ। ਅਗਰ ਕੱਲ ਨੂੰ ਜਾਂ ਪਰਸੋਂ ਜਾਂ ਕੁਝ ਦੇਰ ਬਾਅਦ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣ ਜਾਂਦਾ ਹੈ ਕਿ ਉਹੀ
ਐਕਟੀਵਿਟੀ ਕਾਨੂੰਨ ਦੇ ਅਧੀਨ ਅਪਰਾਧ ਬਣਾ ਦਿੱਤੀ ਜਾਂਦੀ ਹੈ, ਤਾਂ ਅੱਜ ਕੀਤੇ ਅਪਰਾਧ ਦੀ ਸਜ਼ਾ ਕੱਲ੍ਹ ਨੂੰ ਬਣਾਏ ਹੋਏ ਕਾਨੂੰਨ ਦੇ ਅਧੀਨ ਨਹੀਂ ਦਿੱਤੀ ਜਾ ਸਕਦੀ। ਕਿਸੇ ਵਿਅਕਤੀ ਨੂੰ ਇੱਕ ਹੀ ਅਪਰਾਧ ਦੇ ਕਾਰਨ 2 ਵਾਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਤੇ ਕਿਸੇ ਅਪਰਾਧੀ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸੀ ਅਧਿਕਾਰ ਦੇ ਅਧੀਨ ਜੀਵਨ ਅਤੇ ਨਿੱਜੀ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ। ਹਰੇਕ ਵਿਅਕਤੀ ਨੂੰ ਆਪਣੇ ਆਪ ਨੂੰ ਜੀਵਤ ਰੱਖਣ ਅਤੇ ਨਿੱਜੀ ਰੂਪ ਦੇ ਵਿੱਚ ਸੁਤੰਤਰ ਰਹਿਣ ਦਾ ਅਧਿਕਾਰ ਪ੍ਰਾਪਤ ਹੈ ਤੇ ਕੁਝ ਅਵਸਥਾਵਾਂ ਵਿੱਚ ਗ੍ਰਿਫਤਾਰੀ ਵਿਰੁੱਧ ਸੁਰੱਖਿਆ ਦੇ ਲਈ ਵੀ ਨਾਗਰਿਕਾਂ ਨੂੰ ਅਧਿਕਾਰ ਦਿੱਤੇ ਗਏ ਨੇ। ਇਹ ਆਮ ਨਾਗਰਿਕਾਂ ਦੇ ਲਈ ਵੀ ਬਹੁਤ ਜ਼ਰੂਰੀ ਆ ਕਿ ਕਈ ਵਾਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਜਾਂ ਰਿਸ਼ਵਤ ਲੈ ਕੇ ਜਾਂ ਹੋਰ ਕਈ ਤਰ੍ਹਾਂ ਦੇ ਕਾਰਨ ਨਾਗਰਿਕਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਅਗਰ ਅਸੀਂ ਇਹਦੇ ਬਾਰੇ ਸਮਝ ਲਵਾਂਗੇ ਤਾਂ ਅਸੀਂ ਇਸ ਧੱਕੇ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ। ਇਸ ਅਨੁਛੇਦ ਦੇ ਅਧੀਨ ਅਨੁਛੇਦ 22 ਦੇ ਵਿੱਚ ਜੋ ਕੈਦੀਆਂ ਦੀ ਸੁਰੱਖਿਆ ਦੇ ਲਈ ਬਣਾਇਆ ਗਿਆ ਹੈ, ਇਹਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿਸੇ ਵੀ ਵਿਅਕਤੀ ਨੂੰ ਉਸਦੇ ਅਪਰਾਧ ਤੋਂ ਜਾਣੂ ਕਰਵਾਏ ਤੋਂ ਬਿਨਾਂ ਬੰਦੀ ਨਹੀਂ ਬਣਾਇਆ ਜਾ ਸਕਦਾ। ਇਸ ਦੀ ਅਸੀਂ ਪ੍ਰੈਕਟੀਕਲ ਜਾਣਦੇ ਹੀ ਹਾਂ ਕਿ ਜਦੋਂ ਵੀ ਸਾਡੇ ਕੋਲੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਤਾਂ ਉਹ ਬਿਨਾਂ ਕਾਰਨ ਦੱਸੇ ਸਾਨੂੰ ਚੁੱਕ ਕੇ ਲੈ ਜਾਂਦਾ ਹੈ, ਪਰ ਇਹ ਸਾਡਾ ਮੌਲਿਕ ਅਧਿਕਾਰ ਆ ਕਿ ਅਸੀਂ ਪੁੱਛ ਸਕਦੇ ਹਾਂ ਕਿ ਸਾਨੂੰ ਕਿਸ ਕਾਨੂੰਨ ਦੀ ਉਲੰਘਣਾ ਕਰਨ ਦੇ ਕਾਰਨ ਅਪਰਾਧੀ ਜਾਂ ਬੰਦੀ ਬਣਾਇਆ ਜਾ ਰਿਹਾ ਹੈ। ਇਸੀ ਤਰ੍ਹਾਂ ਅਪਰਾਧੀ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵਕੀਲ ਪਾਸੋਂ ਸਲਾਹ ਲੈਣ ਦੀ ਖੁੱਲ੍ਹ ਹੁੰਦੀ ਆ। ਅਪਰਾਧੀ ਨੂੰ ਕੈਦ ਕਰਨ ਤੋਂ 24 ਘੰਟੇ ਦੇ ਅੰਦਰ ਕਿਸੇ ਨਜ਼ਦੀਕ ਦੇ ਮੈਜਿਸਟ੍ਰੇਟ ਕੋਲੇ ਪੇਸ਼ ਕਰਨਾ ਜ਼ਰੂਰੀ ਹੈ, ਪਰ ਅਸੀਂ ਜਾਣਦੇ ਹਾਂ ਕਈ ਵਾਰੀ ਪੁਲਿਸ ਪ੍ਰਸ਼ਾਸਨ ਸਾਨੂੰ 4-4, 5-5 ਦਿਨ ਜੋ ਹੈ ਬਿਨਾਂ ਕਿਸੇ ਮੈਜਿਸਟ੍ਰੇਟ ਕੋਲੋਂ ਪਰਮਿਸ਼ਨ ਲੈ ਤੋਂ ਬਿਨਾਂ ਸਾਨੂੰ ਜੇਲ੍ਹ ਦੇ ਵਿੱਚ ਰੱਖ ਲੈਂਦਾ ਹੈ, ਸਾਨੂੰ ਹਵਾਲਾਤ ਦੇ ਵਿੱਚ ਰੱਖਿਆ ਜਾਂਦਾ ਹੈ, ਜੋ ਕਿ ਗੈਰ ਕਾਨੂੰਨੀ ਹੁੰਦਾ ਹੈ। ਅਦਾਲਤ ਦੀ ਆਗਿਆ ਤੋਂ ਬਿਨਾਂ ਕਿਸੇ ਦੋਸ਼ੀ ਨੂੰ 24 ਘੰਟੇ ਤੋਂ ਵੱਧ ਕੈਦ ਵਿੱਚ ਨਹੀਂ ਰੱਖਿਆ ਜਾ ਸਕਦਾ। ਪਰ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਅਧਿਕਾਰ ਕਿਸੇ ਵਿਦੇਸ਼ੀ ਦੁਸ਼ਮਣ ਜਿਸ ਦੇਸ਼ ਨਾਲ ਭਾਰਤ ਦਾ ਯੁੱਧ ਚੱਲ ਰਿਹਾ ਹੋਵੇ ਉਸ ਦੇਸ਼ ਦੇ ਵਾਸੀਆਂ ਨੂੰ ਨਹੀਂ ਦਿੱਤਾ ਜਾਂਦਾ, ਉਸਨੂੰ ਦੁਸ਼ਮਣ ਮੰਨਿਆ ਜਾਂਦਾ ਹੈ। ਤੇ ਇੱਕ ਇਹ ਅਧਿਕਾਰ ਜੋ ਹੈ 24 ਘੰਟੇ ਦੇ ਵਿੱਚ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕਰਨ ਵਾਲਾ ਅਜਿਹੇ ਵਿਅਕਤੀ ਜੋ ਕਿਸੇ ਅਜਿਹੇ ਕਾਨੂੰਨ ਅਧੀਨ ਗ੍ਰਿਫਤਾਰ ਕੀਤੇ ਗਏ ਹਨ ਜੋ ਨਿਵਾਰਕ ਨਜ਼ਰਬੰਦੀ ਦੀ ਵਿਵਸਥਾ ਕਰਦਾ ਹੋਵੇ। ਇਹ 2 ਵਿਵਸਥਾਵਾਂ ਨੂੰ ਛੱਡ ਕੇ ਬਾਕੀ ਸਾਰੇ ਨਾਗਰਿਕਾਂ ਨੂੰ, ਬਾਕੀ ਸਾਰੇ ਅਪਰਾਧੀਆਂ ਨੂੰ ਜਿਨ੍ਹਾਂ ਨੂੰ ਬੰਦੀ ਕਿਸੇ ਕਾਨੂੰਨ ਦੀ ਉਲੰਘਣਾ ਦੇ ਕਾਰਨ ਜਾਂ ਕਿਸੇ ਹੋਰ ਕਾਰਨ ਬਣਾਇਆ ਜਾਂਦਾ ਹੈ, ਉਹਨਾਂ ਨੂੰ ਅਧਿਕਾਰ ਪ੍ਰਾਪਤ ਹੈ ਕਿ ਉਪਰੋਕਤ ਮੌਲਿਕ ਅਧਿਕਾਰਾਂ ਨੂੰ ਮੰਨਦੇ ਹੋਏ ਉਹ ਪੁਲਿਸ ਕੋਲੋਂ ਪ੍ਰਸ਼ਨ ਪੁੱਛ ਸਕਦੇ ਨੇ। ਅਗਰ 24 ਘੰਟਿਆਂ ਦਾ ਜਿਹੜਾ ਜੋ ਮੱਦ ਮੈਂ ਤੁਹਾਨੂੰ ਦੱਸੀ ਆ, ਅਗਰ 24 ਘੰਟਿਆਂ ਦੇ ਵਿੱਚ ਉਹ ਪੁਲਿਸ ਪ੍ਰਸ਼ਾਸਨ ਤੁਹਾਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕਰਦਾ ਤਾਂ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਇਹ ਅਧਿਕਾਰ ਪ੍ਰਾਪਤ ਹੁੰਦਾ ਹੈ ਕਿ ਤੁਸੀਂ ਇਸ ਦੀ ਕੰਪਲੇਂਟ ਉੱਚ ਅਦਾਲਤ ਦੇ ਵਿੱਚ ਕਰ ਸਕਦੇ ਹੋ ਤੇ ਉੱਚ ਅਦਾਲਤ ਫੌਰਨ ਵਾਰੰਟ ਆਫਿਸਰ ਨਿਯੁਕਤ ਕਰ ਦਿੰਦੀ ਹੈ ਤੇ ਵਾਰੰਟ ਆਫਿਸਰ ਰੇਡ ਮਾਰ ਕੇ ਅਗਰ ਉਹ ਗੈਰ ਕਾਨੂੰਨੀ ਅਪਰਾਧੀ ਪਾਇਆ ਜਾਵੇ ਕਿ ਬਿਨਾਂ ਕਿਸੇ ਪਰਮਿਸ਼ਨ ਤੋਂ ਹਵਾਲਾਤ ਦੇ ਵਿੱਚ 24 ਘੰਟੇ ਤੋਂ ਵੱਧ ਰੱਖਿਆ ਹੋਇਆ ਤਾਂ ਉਹ ਮੌਕੇ ਦੇ ਅਫਸਰ ਨੂੰ ਸਸਪੈਂਡ ਕਰ ਦਿੰਦੀ ਹੈ ਤੇ ਅਪਰਾਧੀ ਨੂੰ ਛੱਡਣ ਦੇ ਆਦੇਸ਼ ਜਾਰੀ ਕਰ ਦਿੰਦੀ ਹੈ। ਪਿਆਰੇ ਵਿਦਿਆਰਥੀਓ, ਇੱਕ ਅਧਿਕਾਰ 86ਵੇਂ ਸੋਧ ਰਾਹੀਂ ਸਿੱਖਿਆ ਦਾ ਅਧਿਕਾਰ ਜਿਸ ਨੂੰ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰ ਬਣਾਇਆ ਗਿਆ ਸੀ ਉਹ ਦਿੱਤਾ ਗਿਆ ਹੈ, ਪਰ ਇਹ ਅਧਿਕਾਰ ਕੋਈ ਵੱਖਰੇ ਤੌਰ ਤੇ ਨਹੀਂ ਦਿੱਤਾ ਗਿਆ ਬਲਕਿ ਸੰਵਿਧਾਨ ਦੇ ਆਰਟੀਕਲ 21A ਦੇ ਵਿੱਚ ਹੀ ਇਸ ਨੂੰ ਅੰਕਿਤ ਕੀਤਾ ਗਿਆ ਹੈ। ਤੇ ਅਗਲਾ ਜੋ ਅਧਿਕਾਰ ਹੈ ਉਹ ਸ਼ੋਸ਼ਣ ਵਿਰੁੱਧ ਅਧਿਕਾਰ ਅਨੁਛੇਦ 23 ਅਤੇ 24। ਪਿਆਰੇ ਵਿਦਿਆਰਥੀਓ, ਅਨੁਛੇਦ 23 ਅਤੇ 24 ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਸ਼ੋਸ਼ਣ ਵਿਰੁੱਧ ਅਗਰ ਤੁਹਾਡਾ ਸ਼ੋਸ਼ਣ ਹੋ ਰਿਹਾ ਹੈ ਉਸ ਦੇ ਸੰਬੰਧੀ ਕੁਝ ਅਧਿਕਾਰ ਦਿੱਤੇ ਗਏ ਨੇ। ਇਸ ਅਧਿਕਾਰ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਮਨੁੱਖ ਦਾ ਵਪਾਰ, ਬਿਨਾਂ ਵੇਤਨ ਦਿੱਤੇ ਜ਼ਬਰਦਸਤੀ ਕੰਮ ਕਰਾਉਣ, ਇਸ ਪ੍ਰਕਾਰ ਦੇ ਦੂਸਰੇ ਜ਼ਬਰਦਸਤੀ ਕੰਮ ਕਰਾਉਣ ਜਿਸ ਨੂੰ ਅਸੀਂ ਬਗਾਰ ਪ੍ਰਥਾ ਵੀ ਕਹਿ ਦਿੰਦੇ ਹਾਂ, ਇਸ ਦੀ ਪੂਰਨ ਤੌਰ ਤੇ ਕਾਨੂੰਨੀ ਮਨਾਹੀ ਕੀਤੀ ਗਈ ਹੈ ਤੇ ਇਸ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕੀਤਾ ਗਿਆ। ਅਗਰ ਤੁਹਾਡੇ ਤੋਂ ਕੋਈ ਜਬਰੀ ਕੰਮ ਕਰਾਉਂਦਾ ਹੈ ਤਾਂ ਤੁਸੀਂ ਕਾਨੂੰਨ ਦੀ ਸ਼ਰਨ ਲੈ ਕੇ ਇਸ ਨੂੰ ਇਨਕਾਰ ਕਰ ਸਕਦੇ ਹੋ। ਕਾਰਖਾਨਿਆਂ ਦੇ ਵਿੱਚ ਛੋਟੇ ਬੱਚਿਆਂ ਨੂੰ ਜਿਹੜੇ 14 ਸਾਲ ਤੋਂ ਘੱਟ ਨੇ
ਜਿੱਥੇ ਜੋਖਿਮ ਭਰੇ ਕੰਮ ਨੇ, ਕੋਈ ਖਾਨਾਂ ਦੇ ਵਿੱਚ ਜਾਂ ਜਿੱਥੇ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ, ਇਸ ਤਰ੍ਹਾਂ ਦੇ ਕੰਮ ਕਰਨ ਦੀ ਜਾਂ ਇਸ ਤਰ੍ਹਾਂ ਦੇ ਕੰਮ ਤੇ ਲਗਾਉਣ ਦੀ ਮਨਾਹੀ ਕੀਤੀ ਗਈ ਹੈ। ਇਸੇ ਤਰ੍ਹਾਂ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਆਰਟੀਕਲ 25 ਤੋਂ ਲੈ ਕੇ 28 ਤੱਕ ਭਾਰਤੀ ਨਾਗਰਿਕਾਂ ਨੂੰ ਦਿੱਤਾ ਗਿਆ ਹੈ। ਪਿਆਰੇ ਵਿਦਿਆਰਥੀਓ, ਭਾਰਤ ਇੱਕ ਬਹੁਤ ਧਰਮੀ ਦੇਸ਼ ਹੈ। ਇਸ ਦੇ ਵਿੱਚ ਇਸ ਅਧਿਕਾਰ ਦਾ ਹੋਣਾ ਤੇ ਇਸ ਨੂੰ ਉਚਿਤ ਰੂਪ ਦੇ ਵਿੱਚ ਲਾਗੂ ਕਰਨਾ ਭਾਰਤ ਦੀ ਸੁਰੱਖਿਆ ਤੇ ਭਾਰਤ ਦੀ ਸ਼ਾਂਤੀ ਦੇ ਲਈ ਬਹੁਤ ਜ਼ਰੂਰੀ ਹੈ। ਇਸ ਮੌਲਿਕ ਅਧਿਕਾਰ ਦੇ ਅਧੀਨ ਹਰੇਕ ਭਾਰਤੀ ਨਾਗਰਿਕ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ, ਇੱਕ ਧਰਮ ਨੂੰ ਛੱਡ ਕੇ ਦੂਜੇ ਧਰਮ ਵਿੱਚ ਜਾ ਸਕਦਾ ਹੈ। ਧਰਮ ਦੇ ਆਧਾਰ ਤੇ ਕਿਸੇ ਵੀ ਨਾਗਰਿਕ ਦੇ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਵੇਗਾ। ਆਪਣੀ ਧਾਰਮਿਕ ਸ਼ਰਧਾ ਦੇ ਅਨੁਸਾਰ ਪੂਜਾ ਸਥਾਨ ਬਣਾ ਸਕਦਾ ਹੈ ਤੇ ਉਹਨਾਂ ਪੂਜਾ ਸਥਾਨਾਂ ਦੇ ਵਿੱਚ ਪੂਜਾ ਕਰ ਸਕਦਾ ਹੈ। ਮੇਰੇ ਕਹਿਣ ਦਾ ਸਪਸ਼ਟ ਭਾਵ ਇਹ ਹੈ ਕਿ ਭਾਰਤ ਦੇ ਸੰਵਿਧਾਨ ਦੁਆਰਾ ਭਾਰਤੀ ਨਾਗਰਿਕਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਧਰਮ ਨੂੰ ਮੰਨੇ, ਕਿਸੇ ਧਰਮ ਨੂੰ ਛੱਡੇ, ਆਪਣੇ ਵਿਸ਼ਵਾਸਾਂ ਦੇ ਅਨੁਸਾਰ ਪੂਜਾ ਕਰੇ। ਇਸ ਦੇ ਵਿੱਚ ਭਾਰਤ ਸਰਕਾਰ ਜਾਂ ਭਾਰਤ ਦਾ ਸੰਵਿਧਾਨ ਕਿਸੇ ਤਰ੍ਹਾਂ ਦਾ ਕੋਈ ਦਖਲ ਅੰਦਾਜ਼ੀ ਨਹੀਂ ਕਰੇਗਾ, ਬਲਕਿ ਨਾਗਰਿਕਾਂ ਨੂੰ ਖੁੱਲ੍ਹ ਦਿੱਤੀ ਗਈ ਹੈ। ਭਾਰਤ ਦਾ ਆਪਣਾ ਕੋਈ ਰਾਜ ਧਰਮ ਨਹੀਂ ਹੈਗਾ, ਬਲਕਿ ਇੱਕ ਧਰਮ ਨਿਰਪੱਖ ਰਾਜ ਹੈ। ਤੇ ਪੰਜਵਾਂ ਜੋ ਅਧਿਕਾਰ ਦਿੱਤਾ ਗਿਆ ਉਹ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ, ਆਰਟੀਕਲ 29 ਤੋਂ 30 ਤੱਕ। ਪਿਆਰੇ ਵਿਦਿਆਰਥੀਓ, ਸਾਡੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਆਰਟੀਕਲ ਅਨੁਛੇਦ 29 ਅਤੇ 30 ਦੇ ਵਿੱਚ ਕੁਝ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਗਈਆਂ ਨੇ। ਜਿਸ ਤਰ੍ਹਾਂ ਅਨੁਛੇਦ 29 ਦੇ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਦੀ ਧਰਤੀ ਜਾਂ ਉਸਦੇ ਕਿਸੇ ਭਾਗ ਤੇ ਵਸਣ ਵਾਲੇ ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ, ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ। ਸਰਕਾਰੀ ਵਿੱਦਿਅਕ ਸੰਸਥਾਵਾਂ ਜਾਂ ਰਾਜ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਵਿੱਚ ਕਿਸੇ ਨਾਗਰਿਕ ਨੂੰ ਨਸਲ, ਜਾਤ, ਭਾਸ਼ਾ ਜਾਂ ਧਰਮ ਦੇ ਆਧਾਰ ਤੇ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਅਨੁਛੇਦ ਦੇ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਵਿਸ਼ੇਸ਼ ਤੌਰ ਤੇ ਰੱਖਿਆ ਕੀਤੀ ਗਈ ਹੈ। ਇਸੇ ਤਰ੍ਹਾਂ ਆਰਟੀਕਲ 30 ਦੇ ਵਿੱਚ ਇਹ ਕਿਹਾ ਗਿਆ ਹੈ ਕਿ ਧਰਮ ਜਾਂ ਭਾਸ਼ਾ ਉੱਤੇ ਆਧਾਰਿਤ ਸਭ ਘੱਟ ਗਿਣਤੀਆਂ ਨੂੰ ਆਪਣੀ ਇੱਛਾ ਦੇ ਅਨੁਸਾਰ ਵਿੱਦਿਅਕ ਸੰਸਥਾਵਾਂ ਸਥਾਪਿਤ ਕਰਨ, ਉਹਨਾਂ ਦਾ ਪ੍ਰਬੰਧ ਕਰਨ ਦਾ ਅਧਿਕਾਰ ਹੋਵੇਗਾ, ਤਾਂ ਕਿ ਉਹ ਘੱਟ ਗਿਣਤੀਆਂ ਆਪਣੇ ਸੱਭਿਆਚਾਰ ਨੂੰ, ਆਪਣੀ ਭਾਸ਼ਾ ਨੂੰ, ਆਪਣੇ ਧਰਮ ਨੂੰ ਵਿਕਸਿਤ ਕਰ ਸਕਣ ਤੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਾ ਹੋਵੇ। ਪਿਆਰੇ ਵਿਦਿਆਰਥੀਓ, ਇੱਥੇ ਇਹ ਗੱਲ ਵਿਸ਼ੇਸ਼ ਰੂਪ ਦੇ ਵਿੱਚ ਧਿਆਨ ਦੇਣ ਵਾਲੀ ਆ ਕਿ ਭਾਰਤੀ ਸੰਵਿਧਾਨ ਜਦੋਂ ਲਾਗੂ ਹੋਇਆ ਸੀਗਾ ਉਦੋਂ ਨਾਗਰਿਕਾਂ ਦੇ ਮੌਲਿਕ ਅਧਿਕਾਰ 7 ਸੀਗੇ, ਪਰ ਸੰਵਿਧਾਨ ਦੀ 44ਵੀਂ ਸੋਧ ਜੋ 20 ਜੂਨ 1979 ਨੂੰ ਲਾਗੂ ਹੋਈ ਸੀਗੀ, ਉਦੋਂ ਅਨੁਛੇਦ 31 ਦੇ ਵਿੱਚ ਜੋ ਨਾਗਰਿਕਾਂ ਨੂੰ ਸੰਪਤੀ ਦਾ ਅਧਿਕਾਰ ਦਿੱਤਾ ਗਿਆ ਸੀਗਾ, ਇਹ ਅਧਿਕਾਰ 44ਵੀਂ ਸੋਧ ਰਾਹੀਂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਵਾਲੇ ਅਧਿਆਇ ਦੇ ਵਿੱਚੋਂ ਖਾਰਜ ਕਰ ਦਿੱਤਾ ਗਿਆ ਸੀਗਾ ਤੇ ਇਸ ਨੂੰ ਇੱਕ ਆਮ ਅਧਿਕਾਰ ਦਾ ਦਰਜਾ ਦੇ ਦਿੱਤਾ ਗਿਆ ਸੀ। ਹੁਣ ਇਹ ਜੋ ਆਰਟੀਕਲ ਅਨੁਛੇਦ 31 ਹੈ ਇਹ ਖਾਲੀ ਪਿਆ ਹੈ ਤੇ ਨੈਕਸਟ ਜੋ ਆਰਟੀਕਲ 32 ਦੇ ਵਿੱਚ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਦਿੱਤਾ ਗਿਆ ਹੈ। ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਪਿਆਰੇ ਵਿਦਿਆਰਥੀਓ ਕੀ ਹੁੰਦਾ ਹੈ? ਪਿਆਰੇ ਵਿਦਿਆਰਥੀਓ, ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਤੋਂ ਭਾਵ ਸਪਸ਼ਟ ਭਾਵ ਸਿੰਪਲ ਜੋ ਆਮ ਭਾਸ਼ਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜੋ ਪਹਿਲਾਂ ਤੁਹਾਨੂੰ ਮੌਲਿਕ ਅਧਿਕਾਰ ਦਿੱਤੇ ਗਏ ਨੇ, ਅਗਰ ਇਹਨਾਂ ਅਧਿਕਾਰਾਂ ਦੀ ਕਿਸੇ ਵਿਅਕਤੀ ਦੁਆਰਾ, ਕਿਸੇ ਸਰਕਾਰੀ ਉੱਚ ਅਧਿਕਾਰੀ ਦੁਆਰਾ ਜਾਂ ਸਰਕਾਰ ਦੇ ਅੰਗ ਦੁਆਰਾ ਕਿਸੇ ਤਰ੍ਹਾਂ ਦੀ ਉਲੰਘਣਾ ਹੁੰਦੀ ਹੈ ਤਾਂ ਤੁਸੀਂ ਆਪਣੇ ਅਧਿਕਾਰਾਂ ਨੂੰ ਲਾਗੂ ਕਰਵਾਉਣ ਦੇ ਲਈ ਉੱਚ ਅਦਾਲਤ ਤੇ ਸਰਵਉੱਚ ਅਦਾਲਤ ਦੀ ਸ਼ਰਨ ਲੈ ਸਕਦੇ ਹੋ। ਉਸ ਦੇ ਵਿੱਚ ਅਪੀਲ ਕਰ ਸਕਦੇ ਹੋ ਕਿ ਸਾਡੇ ਅਧਿਕਾਰਾਂ ਨੂੰ ਲਾਗੂ ਕਰਵਾਇਆ ਜਾਵੇ। ਇਸ ਨੂੰ ਹੀ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਕਿਹਾ ਜਾਂਦਾ ਹੈ ਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਵੱਖ-ਵੱਖ ਸਮੇਂ ਤੇ ਅਦਾਲਤਾਂ ਦੁਆਰਾ ਇਸ ਅਨੁਛੇਦ ਦੇ ਰਾਹੀਂ ਰੱਖਿਆ ਵੀ ਕੀਤੀ ਗਈ ਹੈ। ਜਦੋਂ ਵੀ ਕਿਸੇ ਸਰਕਾਰ ਦੁਆਰਾ ਜਾਂ ਕਿਸੇ ਅਧਿਕਾਰੀ ਦੁਆਰਾ ਕੋਈ ਉਲੰਘਣਾ ਕੀਤੀ ਜਾਂਦੀ ਹੈ ਤਾਂ ਨਾਗਰਿਕ ਜਦੋਂ ਅਪੀਲ ਕਰਦੇ ਨੇ ਤਾਂ ਅਕਸਰ ਸਰਵਉੱਚ ਅਦਾਲਤ ਤੇ ਉੱਚ ਅਦਾਲਤਾਂ ਵੱਲੋਂ ਅਜਿਹੇ ਆਦੇਸ਼ ਜਾਰੀ ਕੀਤੇ ਜਾਂਦੇ ਨੇ ਜਿਸ ਦੁਆਰਾ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ।
ਸੋ ਇਹ ਸੀਗਾ ਅੱਜ ਪਿਆਰੇ ਵਿਦਿਆਰਥੀਓ ਆਪਣਾ ਵਿਸ਼ਾ ਮੌਲਿਕ ਅਧਿਕਾਰ, ਤੇ ਮੈਂ ਤੁਹਾਨੂੰ ਇਹ ਜ਼ਰੂਰ ਕਹਾਂਗਾ ਕਿ ਇਸ ਦੀ ਵਿਸਥਾਰ ਪੂਰਵਕ ਜਾਣਕਾਰੀ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਆ, ਕਿਉਂਕਿ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਤੁਸੀਂ ਇਹਨਾਂ ਅਧਿਕਾਰਾਂ ਨੂੰ ਤਾਂ ਹੀ ਮਾਣ ਸਕਦੇ ਹੋ। ਇਹਨਾਂ ਅਧਿਕਾਰਾਂ ਦੀ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਤੁਸੀਂ ਆਪਣੇ ਅਧਿਕਾਰਾਂ ਨੂੰ ਲਾਗੂ ਕਰਵਾਉਣ ਦੇ ਲਈ ਅਦਾਲਤਾਂ ਦੀ ਸ਼ਰਨ ਤਾਂ ਹੀ ਲੈ ਸਕਦੇ ਹੋ ਜੇਕਰ ਇਹਨਾਂ ਦੀ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਹੋਵੇਗੀ, ਤੱਥਾਂ ਦੇ ਆਧਾਰਿਤ ਜਾਣਕਾਰੀ ਹੋਵੇਗੀ, ਤਾਂ ਹੀ ਤੁਸੀਂ ਇਹਨਾਂ ਅਧਿਕਾਰਾਂ ਨੂੰ ਮਾਣ ਸਕੋਗੇ। ਸੋ ਪਿਆਰੇ ਵਿਦਿਆਰਥੀਓ, ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਲੋਕਡਾਊਨ ਦੇ ਕਾਰਨ ਜੋ ਸਥਿਤੀ ਪੈਦਾ ਹੋਈ ਆ ਕਰੋਨਾ ਦੇ ਕਾਰਨ, ਤੇ ਮੈਂ ਤੁਹਾਡੇ ਲਈ ਸਾਰਿਆਂ ਲਈ ਕਾਮਨਾ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਰਹੋ, ਘਰ ਰਹੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ, ਘਰ ਬੈਠ ਕੇ ਪੜ੍ਹਦੇ ਰਹੋ। ਧੰਨਵਾਦ। ਜੈ ਹਿੰਦ। ਦੁਆਬਾ ਰੇਡੀਓ।